ਅੱਜ ਦੀ ਇਸ ਔਖੀ ਘੜੀ ਵਿੱਚ ਲਗਾਤਾਰ ਸਾਡੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਸਰਕਾਰੀ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ, ਇਸ ਔਖੀ ਘੜੀ ਵਿੱਚ ਲਗਾਤਾਰ ਸਮਾਜ ਦੀ ਸੇਵਾ ਕਰ ਰਹੀਆਂ ਨੇ। ਇਸੇ ਕੜੀ ਤਹਿਤ ਦੇਖਿਆ ਜਾਏ ਤਾਂ ਅੱਜ ਗੁਰਦਾਸਪੁਰ ਦੇ ਕੁਝ ਸਰਕਾਰੀ ਮੁਲਾਜ਼ਮ ਜਿਹੜੇ ਨਾਲ ਹੀ ਸਮਾਜ ਸੇਵਾ ਦੇ ਕੰਮ ਵੀ ਕਰ ਰਹੇ ਨੇ। ਇਸ ਇੱਕ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਨੇ ਲਗਾਤਾਰ ਇਹ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ, ਜ਼ਰੂਰਤਮੰਦ ਲੋਕਾਂ ਦੀ ਸੇਵਾ ਜਿਹੜੀ ਲਗਾਤਾਰ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਵੀ ਇਸ ਕੰਮ ਦੀ ਪ੍ਰੇਰਨਾ ਉਹਨਾਂ ਨੂੰ ਕਿੱਥੋਂ ਮਿਲੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਦੱਸਿਓ ਭਾਜੀ ਮੈਨੂੰ ਵੀ ਕਿਸ ਤਰੀਕੇ ਤੁਹਾਨੂੰ ਇਹ ਜਿਹੜੀ ਪ੍ਰੇਰਨਾ ਮਿਲੀ, ਕਿੱਥੋਂ ਮਿਲੀ ਪ੍ਰੇਰਨਾ ਜੀ? ਭਾਜੀ ਜਿਹੜੀ ਸਭ ਤੋਂ ਵੱਡੀ ਸਾਨੂੰ ਪ੍ਰੇਰਨਾ ਵਾ ਸਾਡੇ ਮਾਨਯੋਗ MLA ਸਾਹਿਬ ਵਰਿੰਦਰਮੀਤ ਸਿੰਘ ਜੀ ਪਾੜਾ ਜੀ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਆਪਾਂ ਮੰਨ ਲਓ ਕਿ ਇਸ ਜਿਹੜੀ ਕਰੋਨਾ ਦੀ ਮਹਾਂਮਾਰੀ ਚੱਲੀ ਆ ਜੀ, ਉਹਨਾਂ ਦੇ ਮੰਨ ਲਓ ਵੀ ਸੰਯੋਗ ਨਾਲ ਮੰਨ ਲਓ ਅਸੀਂ ਇਹ ਸਾਰਾ ਕੰਮ ਆਰੰਭਿਆ ਸੀਗਾ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਆਪਾਂ ਇਹ ਸਾਰੀ ਆਪਾਂ ਸੇਵਾ ਕਰ ਸਕੇ ਹਾਂ। ਔਰ ਤੁਸੀਂ ਦੇਖਿਆ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਅਸੀਂ ਵੀ ਪ੍ਰਭਾਵਿਤ ਮੰਨ ਲਓ ਹੋਏ, ਉਹਨਾਂ ਦੀ ਸੇਵਾ ਦੇਖੀ, ਲਗਨ ਦੇਖੀ ਔਰ ਪਹਿਲੇ ਦਿਨ ਤੋਂ ਹੀ MLA ਸਾਹਿਬ ਬਹੁਤ ਜ਼ਿਆਦਾ ਮੰਨ ਲਓ ਇਸ ਚੀਜ਼ ਨੂੰ ਸੋਚਦੇ ਸੀਗੇ ਕਿ ਜੇ ਮਹਾਂਮਾਰੀ ਚੱਲ ਪਈ ਆ ਅਤੇ ਇਹਦਾ ਕਿੱਦਾਂ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਕਿੱਦਾਂ ਸੇਵਾ ਕਰਨੀ ਆ। ਉਹਨਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਣ ਕੀਤਾ ਹੋਇਆ ਸੀਗਾ ਵੀ ਮੇਰੇ ਹਲਕੇ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਰਾਸ਼ਨ ਪਹੁੰਚੂਗਾ ਜਿਹਦੇ ਕੋਲ। ਸੋ ਇਹ ਜਿੰਨੀ ਵੀ ਪ੍ਰੇਰਨਾ ਵਾ ਸਾਰੀ MLA ਸਾਹਿਬ ਦੀ ਦੇਣ ਆ, ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਦਾਂ ਦਾ ਕੋਈ ਰਾਜਨੀਤਿਕ ਨੇਤਾ ਮੈਂ ਨਹੀਂ ਦੇਖਿਆ ਕਿ ਜਿਹੜਾ ਡਾਊਨ ਟੂ ਅਰਥ ਮੰਨ ਲਓ ਕਿ ਤੁਸੀਂ ਦੇਖਿਆ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਔਰ ਮੈਂ ਆਪ ਪ੍ਰੈਕਟੀਕਲ ਦੇਖਿਆ ਕਿ MLA ਸਾਹਿਬ ਜਿੱਥੇ ਉਹ ਰਾਸ਼ਨ ਦੀਆਂ ਕਿੱਟਾਂ ਤਿਆਰ ਕਰ ਰਹੇ ਆ ਔਰ ਕਈ ਵਾਰ 1:30 2 ਵੱਜ ਜਾਂਦੇ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਦੇ ਹੀ ਔਰ ਇੰਨਾ ਕਈ ਵਾਰ ਥੱਕ ਵੀ ਜਾਂਦੇ। ਅੱਬਲ ਦੇ ਉਹ ਥੱਕਦੇ ਨਹੀਂ ਗੇ, ਪਰ ਕਈ ਵਾਰ ਸਰੀਰ ਆ ਮੰਨ ਲਓ ਉਹਨਾਂ ਦਾ ਥੱਕ ਜਾਂਦਾ ਔਰ ਰਾਸ਼ਨ ਦੀਆਂ ਕਿੱਟਾਂ ਦੇ ਉੱਤੇ ਹੀ ਉਹ ਸੌਂ ਜਾਂਦੇ ਰਹੇ ਆ। ਸੋ ਜਦੋਂ ਮੈਂ ਉਹ ਚੀਜ਼ ਦੇਖਦਾ ਰਿਹਾ ਔਰ ਘਰ ਆਣ ਕੇ ਵੀ ਮੈਂ ਆਪਣੀ ਫੈਮਿਲੀ ਨਾਲ ਵੀ ਗੱਲ ਕਰਦਾ ਰਿਹਾ ਕਿ MLA ਸਾਹਿਬ ਇੰਨਾ ਡਾਊਨ ਟੂ ਅਰਥ ਇਨਸਾਨ ਸ਼ਾਇਦ ਹੀ ਆਪਾਂ ਦੇਖਿਆ ਹੋਏ ਕਿਤੇ। ਹਾਂਜੀ, ਦੇਖਿਆ ਤਾਂ ਅਸੀਂ ਕਿਸਮਤ ਵਾਲੇ ਵੀ ਸਾਨੂੰ ਇੱਦਾਂ ਦਾ MLA ਮਿਲਿਆ ਜੀ। ਬਿਲਕੁਲ ਜੀ। ਔਰ ਮੈਂ ਤਾਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝਦਾ ਹਾਂ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਜੀ ਹਾਂ ਔਰ ਅਸੀਂ ਉਹਨਾਂ ਦੇ ਮੁਲਾਜ਼ਮ ਹਾਂ। ਅਸੀਂ ਉਹਨਾਂ ਦੀ ਦੇਖ ਰੇਖ ਹੇਠ ਇਹ ਕੰਮ ਕਰ ਰਹੇ ਹਾਂ ਔਰ ਗੁਰਦਾਸਪੁਰ ਵਾਸੀਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਹੀਰਾ MLA ਜਿਹਨੂੰ ਕਹਿ ਸਕਦੇ ਹਾਂ। ਵਾਕਈ ਵੀ ਅਸੀਂ ਪੂਰੇ ਪੰਜਾਬ 'ਚ ਨਹੀਂ, MLA ਸਾਹਿਬ ਦੀ ਪੂਰੇ ਵਾਰਡ ਦੇ ਵਿੱਚੋਂ ਸਾਨੂੰ ਵੀ ਬਹੁਤ ਜ਼ਿਆਦਾ ਫੋਨ ਆਉਂਦੇ ਆ। ਮੇਰੇ ਰਿਲੇਟਿਵ ਕਾਫੀ ਬਾਹਰ ਨੇ ਔਰ ਮੈਨੂੰ ਉੱਥੋਂ ਫੋਨ ਆ ਰਿਹਾ ਕਿ ਕਮਾਲ ਹੋ ਗਈ MLA ਸਾਹਿਬ ਇੱਦਾਂ ਦਾ MLA ਆਪਾਂ ਸ਼ਾਇਦ ਹੀ ਪੰਜਾਬ ਦੇ ਵਿੱਚ ਕਦੀ ਦੇਖਿਆ। ਹਾਂਜੀ, ਹੁਣ ਤੱਕ ਜਿਹੜੇ ਕਿੰਨੇ ਕੁ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਪਹੁੰਚਾ ਚੁੱਕੇ MLA ਸਾਹਿਬ ਔਰ ਤੁਹਾਡੇ ਵੱਲ ਵੀ ਕਿੰਨੀ ਕੁ ਸੇਵਾ ਹੋ ਚੁੱਕੀ ਹੈ ਜੀ? ਦੇਖੋ ਜੀ, MLA ਸਾਹਿਬ ਦੇ ਹਲਕੇ ਦੇ ਵਿੱਚ 113 ਪਿੰਡ ਆਉਂਦੇ ਆ ਔਰ ਤਕਰੀਬਨ 113 ਪਿੰਡਾਂ ਦੇ ਵਿੱਚ ਹੀ ਕੋਈ ਇੱਦਾਂ ਦਾ ਉਹਨਾਂ ਨੇ ਸਾਨੂੰ ਡਿਪਾਰਟਮੈਂਟ ਤੌਰ 'ਤੇ ਇੰਸਟਰਕਸ਼ਨਾਂ ਬਹੁਤ ਜ਼ਿਆਦਾ ਦਿੱਤੀਆਂ ਹੋਈਆਂ, ਸਖਤ ਹਦਾਇਤਾਂ ਸੀਗੀਆਂ ਔਰ ਉਹਨਾਂ ਨੇ ਸਾਨੂੰ ਗਾਈਡ ਵੀ ਉਹਨਾਂ ਨੇ ਕੀਤਾ ਹੋਇਆ ਕਿ ਕੋਈ ਵੀ ਮੇਰੇ ਹਲਕੇ ਦਾ 113 ਪਿੰਡਾਂ ਦੇ ਵਿੱਚ ਕੋਈ ਇੱਦਾਂ ਦਾ ਨਹੀਂ ਰਹਿਣਾ ਚਾਹੀਦਾ ਜਿਹਨੂੰ ਰਾਸ਼ਨ ਨਾ ਮਿਲੇ। ਉਸ ਤੋਂ ਇਲਾਵਾ ਸ਼ਹਿਰ ਦੀਆਂ ਜਿੰਨੀਆਂ ਵਾਰਡਾਂ ਨੇ ਤੁਸੀਂ ਦੇਖਿਆ ਸੋਸ਼ਲ ਮੀਡੀਆ 'ਚ, ਤੁਸੀਂ ਆਪ ਵੀ ਇੰਟਰਵਿਊ ਉਹਨਾਂ ਦੀ ਕੀਤੀ ਹੋਈ ਆ ਔਰ ਦੇਖਿਆ ਕਿ ਕਿੱਦਾਂ ਉਹਨਾਂ ਨੇ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਆਪ ਘਰ ਘਰ ਜਾ ਕੇ ਪਹੁੰਚ ਕੀਤੀ ਆ। ਔਰ ਇੱਥੇ ਮੈਂ ਵੀ ਦੱਸਣਾ ਚਾਹੂੰਗਾ ਕਿ ਕਈ ਵਾਰ MLA ਸਾਹਿਬ ਖੁਦ ਹੀ ਆਪ ਇਕੱਲੇ ਵੀ ਜਾ ਕੇ ਲੋੜਵੰਦ ਮੰਨ ਲਓ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਾ ਕੇ ਆਪ ਰਾਸ਼ਨ ਦੇ ਰਹੇ ਆ ਔਰ ਨਾਲ ਹੀ ਉਹਨਾਂ ਦੇ ਬ੍ਰਦਰ ਬਲਜੀਤ ਭਾਜੀ, KP ਭਾਜੀ ਔਰ ਸਭ ਤੋਂ ਵੱਡੀ ਦੇਣ ਵੱਡੇ ਪਾੜਾ ਸਾਹਿਬ ਦੀ, ਜਿਨ੍ਹਾਂ ਦੀ ਗਾਈਡਨੈਂਸ ਜੇ ਸਾਰਾ ਕੰਮ ਚੱਲ ਰਿਹਾ ਔਰ ਜਿੱਥੇ ਪੂਰਾ ਪਰਿਵਾਰ ਜੀ ਉਹਨਾਂ ਦੇ ਮੈਂ ਮਦਰ ਦੇਖੇ ਆ ਔਰ ਤੁਸੀਂ ਯਕੀਨ ਮੰਨੋਗੇ ਉਹ ਇੰਨੇ ਡਾਊਨ ਟੂ ਅਰਥ ਨੇ ਵੀ ਨੰਗੇ ਪੈਰੀ ਲੋਕਾਂ ਦੀ ਸੇਵਾ ਮੰਨ ਲਓ ਵੀ ਉਹ ਕਰ ਰਹੇ ਨੇ। ਤੋ ਸੋ ਮੈਂ ਸਮਝਦਾ ਵੀ ਇਹਦੀ ਮਿਸਾਲ ਮਿਲਣੀ ਬਹੁਤ ਔਖੀ ਆ ਜੀ। ਬਾਕੀ ਰਾਜਨੀਤਿਕ ਲੋਕਾਂ ਨੂੰ ਵੀ ਉਹਨਾਂ ਤੋਂ ਕੁਝ ਸੇਧ ਲੈਣ ਦੀ ਲੋੜ ਆ ਵੀ ਏਡੀ ਛੋਟੀ ਉਮਰ ਦੇ ਵਿੱਚ ਜੋ ਉਹਨਾਂ ਦਾ ਰੁਤਬਾ, ਪਰ ਇੰਨੇ ਡਾਊਨ ਟੂ ਅਰਥ MLA ਅਸੀਂ ਸ਼ਾਇਦ ਹੀ ਸਾਡੀ ਬਹੁਤ ਖੁਸ਼ਨਸੀਬੀ ਹੈ ਸਾਡੇ ਸ਼ਹਿਰ ਵਾਸੀਆਂ ਨੂੰ ਵੀ ਸਾਨੂੰ ਇਹੋ ਜਿਹੇ MLA ਮਿਲੇ ਆ ਜੀ। ਸ਼ਹਿਰ ਦੇ ਯੂਥ ਨੂੰ ਕੀ ਪ੍ਰੇਰਨਾ ਦਿਓਗੇ ਤੁਸੀਂ? ਯੂਥ ਨੂੰ ਪ੍ਰੇਰਨਾ ਹੀ ਹੈ ਕਿ ਸਾਨੂੰ MLA ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ। ਜਿੱਦਾਂ ਅਸੀਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਨਾਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕੀਤਾ ਔਰ ਅਸੀਂ ਜਿੰਨਾ ਵੀ ਉਹਨਾਂ ਨਾਲ ਵਰਕ ਕੀਤਾ ਸਾਨੂੰ ਕੁਝ ਨਾ ਕੁਝ ਸਿੱਖਣ ਤੋਂ ਮਿਲਿਆ। ਉਹਨਾਂ ਨੂੰ ਉਹਨਾਂ ਦੀਆਂ ਬੜੀ ਉਹਨਾਂ ਵਿੱਚ ਇੱਕ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ। ਮੈਂ ਸਭ ਤੋਂ ਜੋ ਉਹਨਾਂ ਤੋਂ ਇੰਪਰੈਸ ਹਾਂ ਵੀ ਉਹ ਜਿੱਡੀ ਮਰਜ਼ੀ ਵੱਡੀ ਮੁਸ਼ਕਿਲ ਕੋਈ ਆਈ ਆ ਸ਼ਹਿਰ ਵਾਸੀਆਂ ਨੂੰ ਆਈ ਆ, ਪਰ ਉਹਨਾਂ ਨੇ ਡਟ ਕੇ ਸਾਹਮਣਾ ਕੀਤਾ। ਮੈਂ ਉਹਨਾਂ ਦਾ ਕਾਫੀ ਨੇੜੇ ਦੇਖਿਆ ਉਹਨਾਂ ਨੂੰ ਔਰ ਬਾਕੀ ਯੂਥ ਨੂੰ ਵੀ ਉਹਨਾਂ ਤੋਂ ਪ੍ਰੇਰਨਾ ਮੈਂ ਬਸ ਇਹੀ ਕਹਾਂਗਾ ਵੀ ਉਹਨਾਂ ਦਾ ਕੌਨਫੀਡੈਂਸ ਉਹਨਾਂ ਦਾ ਹੈਗਾ, ਬਸ ਉਹ ਆਪਣੇ ਵਿੱਚ ਆਉਣਾ ਚਾਹੀਦਾ ਜੀ। ਜੇਕਰ ਕਿਸੇ ਜ਼ਰੂਰਤਮੰਦ ਨੂੰ ਜਾਂ ਜਿਹੜਾ ਕੋਈ ਨਹੀਂ ਪਹੁੰਚ ਸਕਦਾ MLA ਸਾਹਿਬ, ਉਹ ਤੁਹਾਡੇ ਨਾਲ ਕੋਈ ਤਾਲਮੇਲ ਕਰ ਸਕਦਾ ਜੀ?
ਹਾਂਜੀ ਬਿਲਕੁਲ ਜੀ, ਐਮਐਲਏ ਸਾਹਿਬ ਨੇ ਤਕਰੀਬਨ ਸਾਰੇ ਆਪਣੇ ਜਿਹੜੇ ਉਹਨਾਂ ਦੇ ਵਰਕਰ ਆ ਜਾਂ ਜਿਹੜੇ ਉਹਨਾਂ ਦੇ ਮੁਲਾਜ਼ਮ ਆ, ਉਹਨਾਂ ਨੇ ਇੱਕ ਬਕਾਇਦਾ ਗਰੁੱਪ ਕ੍ਰੀਏਟ ਕੀਤਾ ਹੋਇਆ ਸਾਰੇ ਮੁਲਾਜ਼ਮਾਂ ਦਾ ਵੀ। ਔਰ ਐਮਐਲਏ ਸਾਹਿਬ ਡੇ ਬਾਈ ਡੇ ਉਹਦੇ ਵਿੱਚ ਸਾਨੂੰ ਅਪਡੇਟ ਦਿੰਦੇ ਰਹਿੰਦੇ ਆ ਕਿ ਕਿਹੜਾ ਬੰਦਾ ਰਾਸ਼ਨ ਤੋਂ ਰਹਿ ਗਿਆ। ਅੱਵਲ ਤੇ ਕੋਈ ਇੱਦਾਂ ਦੀ ਸਥਿਤੀ ਲੱਗਦੀ ਨਹੀਂ ਜਿੰਨਾ ਐਮਐਲਏ ਸਾਹਿਬ ਨੇ ਆਪ ਵੀ ਆਪਣੇ ਹੱਥੀਂ ਸਾਰੀਆਂ ਕਿੱਟਾਂ ਪੈਕ ਕੀਤੀਆਂ। ਔਰ ਜਿੰਨਾ ਵੀ ਮੈਂ ਤੇ ਆਪ ਹੈਰਾਨ ਸੀਗਾ ਵੀ ਕਿੰਨੇ ਕੁਆਂਟਲ ਦੀਆਂ ਬੋਰੀਆਂ ਐਮਐਲਏ ਸਾਹਿਬ ਆਪਣੇ ਮੋਢੇ 'ਤੇ ਚੱਕ ਕੇ ਆਪ ਉੱਥੇ ਛੱਡ ਕੇ ਆਉਂਦੇ ਰਹੇ ਆ। ਸੋ ਇੱਦਾਂ ਦਾ ਇਨਸਾਨ ਮੰਨ ਲਓ ਜਿਹੜਾ ਉਹ ਤੇ ਗੋਡ ਗਿਫਟਡ ਹੀ ਹੁੰਦੇ ਆ ਜੀ। ਅਮਰਜੀਤ ਜੀ ਲਾਈਫ 'ਚ ਦੇਖਿਆ ਕੋਈ ਇੱਦਾਂ ਦਾ ਐਮਐਲਏ ਕੋਈ ਆਪਣੇ ਗੁਰਦਾਸਪੁਰ ਜ਼ਿਲ੍ਹੇ 'ਚ ਕੋਈ ਆਇਆ ਪਹਿਲਾਂ? ਬਿਲਕੁਲ ਨਹੀਂ ਜੀ, ਮੈਂ ਤਕਰੀਬਨ ਮੇਰੀ 32-36 ਸਾਲ ਦੀ ਉਮਰ ਹੋ ਗਈ ਆ ਔਰ ਮੈਨੂੰ 12 ਸਾਲ ਨੌਕਰੀ ਕਰਦੇ ਵੀ ਹੋ ਗਿਆ, ਸਮਾਜ 'ਚ ਵਿਚਰਦੇ ਵੀ ਹੋ ਗਿਆ। ਔਰ ਮੈਂ ਆਪਣੀ ਲਾਈਫ ਦੇ ਵਿੱਚ ਇੱਦਾਂ ਦਾ ਐਮਐਲਏ ਨਹੀਂ ਦੇਖਿਆ ਕਿ ਜਿਹੜਾ ਲੋਕਾਂ ਦੀ ਇੰਨੀ ਪੇਨ ਲੈਂਦਾ ਹੋਵੇ। ਪਿੱਛੇ ਜੀ ਇੱਕ ਵਾਕਿਆ ਸ਼ਹਿਰ ਦੇ ਵਿੱਚ ਸੀਗਾ ਵੀ ਕਿਸੇ ਨੇ ਫੇਸਬੁੱਕ ਦੇ ਉੱਤੇ ਪਾਇਆ ਸੀਗਾ ਵੀ ਸਾਡੇ ਘਰੇ ਰਾਸ਼ਨ ਨਹੀਂ ਗਾ ਅਤੇ ਸਾਡੇ ਘਰ ਦੀ ਲਾਈਟ ਵੀ ਨਹੀਂ। ਔਰ ਤੁਸੀਂ ਯਕੀਨ ਮੰਨਿਓ ਐਮਐਲਏ ਸਾਹਿਬ ਨੇ ਇੰਸਟਰਕਸ਼ਨਾਂ ਦੇ ਨਾਲ ਅੱਧੇ ਘੰਟੇ ਦੇ ਵਿੱਚ ਉਸ ਬੰਦੇ ਨੂੰ ਰਾਸ਼ਨ ਔਰ ਉਹਦਾ ਬਿੱਲ ਜਿਹੜਾ ਮੰਨ ਲਓ ਬਿਜਲੀ ਦਾ ਸੀਗਾ ਉਹ ਪੇ ਕਰਕੇ ਉਹਨਾਂ ਦੇ ਘਰ ਦੀ ਲਾਈਟ ਜਗਾਈ। ਸੋ ਇਹ ਤੇ ਲੋਕ ਆਪ ਸਮਝਦਾਰ। ਬਿਲਕੁਲ ਜੀ, ਬੜੀਆਂ ਹੀ ਉੱਚੀਆਂ ਸੱਚੀਆਂ ਜਿਹੜੀਆਂ ਗੱਲਾਂ ਵਾ ਜੀ, ਔਰ ਸੱਚਾਈ ਹੈ। ਗਰਾਊਂਡ ਲੈਵਲ 'ਤੇ ਜਿਹੜੇ ਸਾਡੇ ਵਿਧਾਇਕ ਨੇ ਕੰਮ ਕਰਦੇ ਨੇ ਔਰ ਮਨ ਨੂੰ ਸੰਤੁਸ਼ਟੀ ਵੀ ਸਾਨੂੰ ਹੁੰਦੀ ਹੈ। ਦੇਖੋ ਹਰੇਕ ਜਿਹੜਾ ਸ਼ਹਿਰੀ ਆ ਉਹਦੇ ਮਨ 'ਚ ਖੁਸ਼ੀ ਹੁੰਦੀ ਵੀ ਸਾਡਾ ਵਿਧਾਇਕ ਸਾਡੇ ਨਾਲ ਹੋ ਕੇ ਚੱਲਦਾ ਹੈ ਔਰ ਨਾਲ ਹੋ ਕੇ ਕੰਮ ਕਰ ਰਿਹਾ ਵਾ। ਅਮਰਜੀਤ ਜੀ, ਕੀ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਤੁਸੀਂ? ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਕਿ ਸਾਨੂੰ ਇੱਕ ਕੰਪੈਰੀਜ਼ਨ ਕਰਕੇ ਦੇਖਣਾ ਚਾਹੀਦਾ ਕਿ ਉਸ ਇਨਸਾਨ ਨੇ ਇਸ ਐਡੀ ਵੱਡੀ ਮਹਾਂਮਾਰੀ ਦੇ ਵਿੱਚ ਜਦੋਂ ਪੂਰਾ ਦੇਸ਼ ਕਰੋਨਾ ਤੋਂ ਪ੍ਰਭਾਵਿਤ ਆ ਔਰ ਸਾਡੇ ਜ਼ਿਲ੍ਹੇ ਦੇ ਵੀ ਵਿੱਚ ਜੋ ਵੀ ਸਿਸਟਮ ਚੱਲਿਆ, ਕਈ ਲੋਕ ਹੀ ਜਿਹੜੇ ਜਿਨ੍ਹਾਂ ਨੂੰ ਰਾਸ਼ਨ ਨਹੀਂ ਪਹੁੰਚ ਸਕਦਾ ਔਰ ਉਹਨਾਂ ਨੇ ਕਿੱਡੇ ਵਿਉਂਤਬੰਦ ਤਰੀਕੇ ਨਾਲ ਇਹ ਸਾਰਾ ਸਿਸਟਮ ਚਲਾਇਆ। ਔਰ ਮੈਂ ਸਮਝਦਾ ਕਿ ਸਾਡੇ ਗੁਰਦਾਸਪੁਰ ਸ਼ਹਿਰ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਆਪਾਂ ਬੜੇ ਫਖਰ ਨਾਲ ਕਹਿ ਸਕਦੇ ਹਾਂ ਕਿ ਸਾਡਾ ਐਮਐਲਏ ਬਰਿੰਦਰਮੀਤ ਸਿੰਘ ਪਾੜਾ। ਪਿੱਛੇ ਕੋਈ ਲੰਗਰ ਵੀ ਲਗਾਇਆ ਗੁਰਦੁਆਰੇ? ਹਾਂਜੀ, ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਨਾ ਧਾਰਮਿਕ ਸਥਾਨ ਵੀ ਆਇਡੈਂਟੀਫਾਈ ਕੀਤੇ ਹੋਏ ਸੀਗੇ ਵੀ ਕੁਝ ਏਰੀਏ ਇੱਦਾਂ ਦੇ ਸੀਗੇ ਵੀ ਜਿੱਥੇ ਸੁੱਕਾ ਰਾਸ਼ਨ ਦੀ ਬਜਾਏ ਲੋਕਾਂ ਨੂੰ, ਜਿੱਦਾਂ ਤੁਸੀਂ ਦੇਖਦੇ ਹੋਵੋਗੇ ਬਾਹਰਲੀ ਸਟੇਟ ਤੋਂ ਜਿਹੜੇ ਲੋਕ ਪ੍ਰਵਾਸੀ ਲੋਕ ਨੇ ਉਹ ਆਣ ਕੇ ਠਹਿਰੇ ਹੋਏ ਸੀਗੇ। ਸੋ ਉਹ ਐਮਐਲਏ ਸਾਹਿਬ ਨੂੰ ਪਲੈਨਿੰਗ ਕੀਤੀ ਹੋਈ ਸੀ ਪਹਿਲਾਂ ਹੀ ਧਾਰਮਿਕ ਸਥਾਨਾਂ ਦੀ, ਉੱਥੇ ਉਹਨਾਂ ਨੇ ਲੰਗਰ ਪ੍ਰੋਵਾਈਡ ਕਰਵਾਇਆ ਹੋਇਆ ਸੀਗਾ ਪਹਿਲਾਂ ਹੀ। ਔਰ ਉਹਨਾਂ ਨੇ ਲੰਗਰ ਤਿਆਰ ਕਰਵਾ ਕੇ ਔਰ ਆਪ ਜਾ ਕੇ ਉੱਥੇ ਲੋਕਾਂ ਦੇ ਵਿੱਚ ਉਹਨਾਂ ਨੇ ਉਹ ਲੰਗਰ ਲੋਕਾਂ ਨੂੰ ਸਮਰਪਿਤ ਕੀਤਾ ਔਰ ਚੱਲ ਰਿਹਾ, ਕੰਟੀਨਿਊ ਚੱਲ ਰਿਹਾ ਜੀ। ਹਾਂਜੀ ਬਿਲਕੁਲ। ਦੇਖੋ ਇਸ ਨੂੰ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਦੀ ਸਰਕਾਰੀ ਨੌਕਰੀ ਦੇ ਨਾਲ ਸਮਾਜ ਸੇਵਾ ਦੇ ਕੰਮ ਵੀ ਜਿਹੜੇ ਆ ਇਹ ਅਲੱਗ ਹੀ ਤਰੀਕੇ ਨਾਲ ਕਰ ਰਹੇ ਨੇ ਔਰ ਇਹ ਦੱਸ ਰਹੇ ਨੇ ਵੀ ਸਾਨੂੰ ਜਿਹੜੀ ਪ੍ਰੇਰਨਾ ਮਿਲੀ ਹੈ ਹਲਕਾ ਵਿਧਾਇਕ ਗੁਰਦਾਸਪੁਰ ਤੋਂ ਪ੍ਰੇਰਨਾ ਮਿਲੀ ਹੈ ਔਰ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਆਪਾਂ ਸ਼ਹਿਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਹਾਂ, ਲਗਾਤਾਰ ਡੋਰ ਟੂ ਡੋਰ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਘਰ ਰਾਸ਼ਨ ਜਿਹੜਾ ਪਹੁੰਚਾ ਰਹੇ ਨੇ ਔਰ ਲਗਾਤਾਰ ਲੰਗਰ ਬਣਾ ਕੇ ਜਿਹੜਾ ਉਹ ਵੀ ਘਰ ਪਹੁੰਚਾਇਆ ਜਾ ਰਿਹਾ ਵਾ। ਬੜੀ ਹੀ ਅਲੱਗ ਚੀਜ਼ ਹੈ ਜੀ ਔਰ ਸਾਡੇ ਵੀ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੇ ਸਾਨੂੰ ਵਿਧਾਇਕ ਮਿਲਦੇ ਆ, ਇੱਦਾਂ ਦੇ ਸਾਨੂੰ ਸ਼ਹਿਰੀ ਮਿਲਦੇ ਆ। ਸੋ ਉਮੀਦ ਕਰਾਂਗੇ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਵੀ ਅੱਗੇ ਆਉਣਗੇ ਅਤੇ ਆਪਣੀਆਂ ਸੇਵਾਵਾਂ ਜਿਹੜੀਆਂ ਦੇਣਗੇ। ਵੀ ਪਤਵੰਤੇ ਸਾਡੇ ਨਾਲ ਹਾਜ਼ਰ ਨੇ ਇੱਥੇ, ਉਹਨਾਂ ਤੋਂ ਵੀ ਜਾਣਦੇ ਆ ਵੀ ਹਲਕਾ ਵਿਧਾਇਕ ਵੱਲੋਂ ਕਿੱਦਾਂ ਦੇ ਕੰਮ ਕਰਾਏ ਜਾ ਰਹੇ ਆ। ਭਾਜੀ ਕਿਸ ਤਰੀਕੇ ਨਾਲ ਵਿਧਾਇਕ ਵੱਲੋਂ ਕੰਮ ਕਰਾਏ ਜਾ ਰਹੇ? ਸਰ ਪਹਿਲੇ ਤਾਂ ਮੈਂ ਤੁਹਾਡਾ ਬਹੁਤ ਮਨੋਹਰ ਟੇਬਲ ਕੀਵੀਆਂ ਦਾ ਵਿਜੇ ਜੀ ਦਾ ਧੰਨਵਾਦ ਆ, ਜਿਹੜੀ ਟੀਮ ਆਪਣੀ ਸਾਡੇ ਕੋਲ ਆਈ ਆ ਅਤੇ ਕੇਵਲ ਥਰੂ ਹੀ ਕੇਵਲਾਂ ਦਾ ਵੀ ਬੜਾ ਸਹਿਯੋਗ ਆ ਵੀ ਜਿਹੜੀਆਂ ਚੰਗੀਆਂ ਘਰ ਹਰ ਇੱਕ ਦੀ ਵਿਊ ਲੈਂਦੇ ਆ। ਆਪਾਂ ਤਾਂ ਐਮਐਲਏ ਪਾੜਾ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਅਤੇ ਮਹਾਂਮਾਰੀ ਦੇ ਜਿਹੜਾ ਕੰਟਰੋਲ ਕੀਤਾ ਵਾ। ਆਪਣੇ ਜ਼ਿਲ੍ਹੇ 'ਚ ਅਫਸਰਾਂ ਨੂੰ ਵੀ ਤਾੜਨਾ ਕੀਤੀ ਆ, ਪੁਲਿਸ ਪ੍ਰਸ਼ਾਸਨ ਨਾਲ ਵੀ ਮੀਟਿੰਗ ਕੀਤੀ ਆ ਵੀ ਕੋਈ ਇਹੋ ਜਿਹਾ ਢਿੱਲ ਨਾ ਵਰਤੋ। ਅਤੇ ਆਪਣੇ ਜ਼ਿਲ੍ਹੇ 'ਚ ਬਹੁਤ ਘੱਟ ਹੀ ਮਹਾਂਮਾਰੀ ਦੇ ਕੇਸ ਪਾਏ ਗਏ ਆ ਅਤੇ ਇਹ ਸਾਰਾ ਪਰਿਵਾਰ ਹੀ ਜਿਹੜਾ ਨਾ ਇਹਨਾਂ ਦੇ ਇਹ ਵਾਰੀ ਨਹੀਂ ਰਹਾਂਗੇ ਵੀ ਸਾਡੇ ਗੁਰਦਾਸਪੁਰ ਇਹੋ ਜਿਹੇ ਐਮਐਲਏ ਆ, ਗਾਂਹ ਵੀ ਇੱਦਾਂ ਦੇ ਸਾਨੂੰ ਐਮਐਲਏ ਚਾਹੀਦੇ ਆ। ਬਾਕੀ ਐਮਐਲਏ ਸਾਹਿਬ ਨਾਲ ਆਪਾਂ ਬਲਜਿੰਦਰ ਪਾੜੇ ਨਾਲ ਚਟਾਨ ਨੂੰ ਖੜ੍ਹੇ ਹਾਂ। ਬੇਸ਼ੱਕ ਦੀ ਆਪਾਂ ਰਿਟਾਇਰਮੈਂਟ ਹੋ ਗਏ ਹਾਂ, ਜਦੋਂ ਵੀ ਸਾਡਾ ਐਮਐਲਏ ਚਾਹੇ ਬਗੈਰ ਤਨਖਾਹ ਤੋਂ ਸਾਲ ਦੇ ਵਿੱਚ ਅਸੀਂ ਸਰਵਿਸ ਦੇ ਕਾਬਲ ਆ ਵੀ ਸਿਹਤ ਠੀਕ ਆ, ਬਗੈਰ ਤਨਖਾਹ ਤੋਂ ਆਪਾਂ ਕੰਮ ਕਰਨ ਨੂੰ ਤਿਆਰ ਆ। ਮੈਂ ਜਦੋਂ ਬਲਜਿੰਦਰ ਪਾੜਾ ਕਹੇ ਕੈਪਟਨ ਸਾਹਿਬ ਨੂੰ ਆਪਾਂ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਆ।